ਸੇਵੀਐ ਹਰ ਇੱਕ ਧਿਆਈਐ। ਹਰ ਇੱਕੋ ਦਾਤਾ ਮੰਗੀਐ ਮਨ ਚਿੰਦਿਆ ਪਾਈਐ। ਜੇ ਦੂਜੇ ਪਾਸੋਂ ਮੰਗੀਐ ਤਾ ਲਾਜ ਮਰਾਈਐ। ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਆਪਾਂ ਸਰਵਣ ਕੀਤਾ ਸੀ ਕਿ ਇਹ ਭਾਈ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਜਦੋਂ ਅਰਦਾਸ ਕਰਨੀ ਹੈ ਤਾਂ ਤੇਰਾ ਚਿੱਤ ਪਰਮੇਸ਼ਰ ਦੇ ਵਿੱਚ ਅਰਪਣ ਕਰਨਾ ਹੈ। ਨਿਰਮਾਣਤਾ, ਸਿਦਕ, ਆਪਾ ਸਮਰਪਣ ਕਰਨ ਦੀ ਜਾਚ। ਦੂਜੀ ਗੱਲ ਕਿਹਾ, ਜਿਸ ਅੱਗੇ ਅਰਦਾਸ ਕਰਦਾ ਹੈ ਉਹ ਅੰਤਰਜਾਮੀ ਹੈ, ਉਹ ਪਰਮੇਸ਼ਰ ਰਖਵਾਲਾ ਹੈ। ਤੀਜੀ ਗੱਲ ਕਹੀ, ਉਹ ਪਰਮੇਸ਼ਰ ਦਾਤਾ ਹੈ, ਉਹ ਪਰਮੇਸ਼ਰ ਸਹਾਰਾ ਬਣਦਾ ਹੈ। ਆਓ ਅੱਜ ਸਰਵਣ ਕਰਦੇ ਹਾਂ ਕਿ ਕਿਸ ਅੱਗੇ ਅਰਦਾਸ ਕਰਨੀ ਹੈ। ਸੰਸਾਰ ਦੇ ਵਿੱਚ ਕੋਈ ਕਿਸੇ ਅੱਗੇ ਅਰਦਾਸ ਕਰਦਾ ਹੈ, ਕਿਸੇ ਅੱਗੇ ਵੰਦਨਾ ਕਰਦਾ ਹੈ, ਪਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਧੰਨ ਗੁਰੂ ਨਾਨਕ ਦੇਵ ਦੇ ਘਰ ਅੰਦਰ ਕਿਹਦੇ ਅੱਗੇ ਅਰਦਾਸ ਕਰਨ ਲਈ ਬਾਣੀ ਸਾਨੂੰ ਆਖ ਰਹੀ ਹੈ। ਸਤਿਗੁਰੂ ਪਾਤਸ਼ਾਹ ਜੀ ਦਾ ਫਰਮਾਨ ਹੈ, ਹਰ ਇੱਕੋ ਦਾਤਾ ਸੇਵੀਐ ਹਰ ਇੱਕ ਧਿਆਈਐ। ਇਹ ਭਾਈ ਇੱਕ ਹੀ ਦਾਤਾ ਹੈ, ਉਸ ਦਾਤੇ ਨੂੰ ਧਿਆਉਣਾ ਚਾਹੀਦਾ ਹੈ। ਉਹ ਪਰਮੇਸ਼ਰ ਇੱਕ ਹੈ। ਇੱਕ ਕੀ ਹੈ? ਇੱਕ ਓੰਕਾਰ। ਉਹ ਇੱਕ ਤੋਂ ਸਾਰਾ ਬ੍ਰਹਿਮੰਡ, ਸਾਰੀ ਸ੍ਰਿਸ਼ਟੀ ਪੈਦਾ ਹੋਈ ਹੈ। ਉਹ ਪਰਮੇਸ਼ਰ ਜੋਨੀਆਂ ਤੋਂ ਰਹਿਤ ਹੈ। ਉਹਦਾ ਨਾਮ ਸਦਾ ਲਈ ਹੈ ਸਤਨਾਮ। ਕਰਤਾ ਪੁਰਖ, ਉਹ ਸਭ ਕੁਝ ਕਰਨ ਵਾਲਾ ਹੈ। ਸਭ ਕੁਝ ਉਸ ਦਾ ਪੈਦਾ ਕੀਤਾ ਹੈ। ਨਿਰਭਉ, ਉਹ ਡਰ ਤੋਂ ਰਹਿਤ ਹੈ। ਨਿਰਵੈਰ, ਜਿਹੜਾ ਕਿਸੇ ਦੇ ਨਾਲ ਵੀ ਵੈਰ ਨਹੀਂ ਕਰਦਾ, ਉਹ ਨਿਰਵੈਰ ਹੈ। ਅਕਾਲ ਮੂਰਤ, ਉਹ ਕਾਲ ਤੋਂ ਰਹਿਤ ਹੈ। ਉਸ ਉੱਪਰ ਕਾਲ ਦਾ ਕੋਈ ਬੰਦਸ਼ ਨਹੀਂ, ਉਹ ਸਮਾਬੱਧੀ ਨਹੀਂ ਹੈ, ਉਹ ਸਦਾ ਲਈ ਹੈ। ਅਜੂਨੀ ਭਾਵ ਉਹ ਜੂਨੀਆਂ ਦੇ ਵਿੱਚ ਨਹੀਂ, ਜੂਨੀਆਂ ਤੋਂ ਰਹਿਤ ਹੈ। ਉਸ ਪਰਮੇਸ਼ਰ ਦੇ ਅੱਗੇ, ਉਸ ਦਾਤੇ ਦੇ ਅੱਗੇ ਅਰਦਾਸ ਕਰ। ਸਤਿਗੁਰੂ ਜੀ ਫਰਮਾਉਂਦੇ ਨੇ, ਹਰ ਇੱਕੋ ਦਾਤਾ ਸੇਵੀਐ ਹਰ ਇੱਕ ਧਿਆਈਐ। ਫਿਰ ਉਹਨੂੰ ਸਿਮਰਨ, ਉਹਨੂੰ ਧਿਆਉਣਾ ਕਰ। ਜੇ ਕੁਛ ਮੰਗਣਾ ਹੈ, ਕਹਿਣ ਲੱਗੇ ਜੇ ਮੰਗਤਾ ਬਣਨਾ ਹੈ ਤਾਂ ਉਹਦੇ ਦਰ ਦਾ ਬਣ। ਹਰ ਇੱਕੋ ਦਾਤਾ ਮੰਗੀਐ, ਉਹ ਇੱਕੋ ਦਾਤੇ ਦੇ ਕੋਲੋਂ ਮੰਗਣਾ ਕਰ। ਮਨ ਚਿੰਦਿਆ ਪਾਈਐ। ਜਦੋਂ ਇੱਕ ਦਾਤੇ ਕੋਲੋਂ ਮੰਗੇਗਾ, ਤੈਨੂੰ ਮਨ ਵਿੱਚ ਚਿਤਵੇ ਹੋਏ ਜੋ ਤੇਰੀਆਂ ਮੰਗਾਂ ਹਨ, ਜੋ ਇੱਛਾਵਾਂ ਹਨ, ਉਹ ਪੂਰੀਆਂ ਕਰਨ ਵਾਲਾ ਹੈ। ਪਾਤਸ਼ਾਹ ਜੀ, ਕੀ ਕਿਸੇ ਦੂਸਰੇ ਕੋਲੋਂ ਵੀ ਮੰਗ ਸਕਦੇ ਹਾਂ? ਰੱਬ ਨੂੰ ਛੱਡ ਕੇ, ਪਰਮੇਸ਼ਰ ਨੂੰ ਛੱਡ ਕੇ? ਸੱਚੇ ਪਾਤਸ਼ਾਹ ਜੀ ਕਹਿੰਦੇ ਨਹੀਂ ਭਾਈ, ਜੇ ਦੂਜੇ ਪਾਸੋਂ ਮੰਗੀਐ ਤਾਂ ਲਾਜ ਮਰਾਈਐ। ਕਹਿਣ ਲੱਗੇ ਭਾਈ ਦੂਜੇ ਪਾਸੋਂ ਨਹੀਂ ਮੰਗਣਾ। ਜੇ ਪਰਮੇਸ਼ਰ ਨੂੰ ਛੱਡ ਕੇ ਕਿਸੇ ਹੋਰ ਕੋਲੋਂ ਮੰਗੇਗਾ, ਸੱਚ ਜਾਣੀ, ਇਹ ਸਮਝੀ ਤੇਰੀ ਸ਼ਰਮ ਲੈ ਗਈ, ਤੇਰੀ ਲਾਜ ਮਾਰੀ ਗਈ।
ਰੱਬ ਨੂੰ ਛੱਡ ਕੇ, ਪਰਮੇਸ਼ਰ ਨੂੰ ਛੱਡ ਕੇ ਕਿਸੇ ਹੋਰ ਕੋਲੋਂ ਮੰਗਣਾ, ਇਹ ਸਮਝ ਤੇਰੀ ਸ਼ਰਮ ਹੈ ਜਿਹੜੀ ਉਹ ਲੱਥ ਗਈ। ਆਪਣੇ ਪਤੀ ਨੂੰ ਛੱਡ ਕੇ ਕਿਸੇ ਹੋਰ ਘਰ ਜਾਣਾ, ਕਹਿਣ ਲੱਗੇ ਸ਼ਰਮ ਵਾਲੀ ਗੱਲ ਹੈ। ਆਪਣੇ ਉਸ ਪਿਆਰੇ ਦੇ ਕੋਲੋਂ ਮੰਗ ਜਿਹੜਾ ਸਾਰੇ ਜੀਵਾਂ ਨੂੰ ਦੇਣ ਵਾਲਾ ਹੈ, ਜਿਹਦਾ ਇਹ ਤਨ ਹੈ, ਜਿਹਦਾ ਇਹ ਧਨ ਹੈ, ਜਿਹਦਾ ਇਹ ਮਨ ਹੈ। ਸੱਚੇ ਪਾਤਸ਼ਾਹ ਦਾ ਫਰਮਾਨ ਹੈ, ਧੰਨ ਗੁਰੂ ਅਰਜਨ ਦੇਵ ਮਹਾਰਾਜ ਧਨਾਸਰੀ ਰਾਗ ਅੰਦਰ ਬਚਨ ਕਰਦੇ ਹਨ, ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ। ਕਹਿਣ ਲੱਗੇ ਉਹ ਸੁਗੜ ਸੁਜਾਨੀ, ਉਹ ਬੜਾ ਸਿਆਣਾ ਹੈ, ਉਹ ਸੁਗੜ ਸੁਜਾਨ ਹੈ, ਜਿਹਦਾ ਇਹ ਤਨ ਹੈ, ਜਿਹਨੇ ਇਹ ਤਨ ਦਿੱਤਾ ਤੈਨੂੰ, ਜਿਹਨੇ ਇਹ ਮਨ ਦਿੱਤਾ, ਜਿਹਨੇ ਇਹ ਧਨ ਦਿੱਤਾ ਹੈ, ਸਭ ਤਿਸਕਾ, ਸਾਰਾ ਕੁਛ ਉਹਦਾ ਹੈ। ਉਹ ਬੜਾ ਹੀ ਸਿਆਣਾ ਹੈ, ਸੁਘੜ ਹੈ। ਸੁਘੜ ਤੋਂ ਭਾਵ ਬੜਾ ਸਿਆਣਾ। ਉਹ ਪਰਮੇਸ਼ਰ ਕਹਿਣ ਲੱਗੇ ਜਦੋਂ ਮੈਂ ਉਹਦੇ ਚਰਨਾਂ 'ਚ ਅਰਦਾਸ ਕਰਦਾ ਹਾਂ, ਤਿਨ ਹੀ ਸੁਣਿਆ ਦੁੱਖ ਸੁੱਖ ਮੇਰਾ, ਉਹ ਮੇਰੇ ਦੁੱਖ ਸੁੱਖ ਸੁਣਨ ਵਾਲਾ ਹੈ। ਤੋ ਬਿਦ ਨੀਕੀ ਖਟਾਨੀ, ਕਹਿੰਦੇ ਉਹਨੇ ਵਧੀਆ ਜੁਗਤ ਜਿਹੜੀ ਬਣਾ ਦਿੱਤੀ। ਉਹ ਪਰਮੇਸ਼ਰ ਜੁਗਤੀ ਬਣਾ ਦਿੰਦਾ ਹੈ, ਵਿਦ ਬਣਾ ਦਿੰਦਾ ਹੈ। ਉਹ ਸਭ ਤੋਂ ਚੰਗੀ ਵਿਧੀ ਇਹੀ ਹੈ ਕਿ ਉਹ ਪਰਮੇਸ਼ਰ ਦੇ ਚਰਨਾਂ ਦੇ ਵਿੱਚ, ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਕਰ, ਜਿਹਨੇ ਤੈਨੂੰ ਤਨ ਦਿੱਤਾ, ਧਨ ਦਿੱਤਾ, ਇਹ ਸਭ ਕੁਝ ਦਿੱਤਾ, ਸਭ ਕੁਝ ਉਹਦਾ ਹੈ। ਉਹੀ ਦੁੱਖ ਸੁਣਨ ਵਾਲਾ ਹੈ। ਤਿਨ ਹੀ ਸੁਣਿਆ ਦੁੱਖ ਸੁੱਖ ਮੇਰਾ, ਤੋ ਬਿਦ ਨੀਕੀ ਖਟਾਨੀ, ਉਹਨੇ ਐਸੀ ਵਧੀਆ ਵਿਧ ਬਣਾ ਦਿੱਤੀ, ਮੇਰਾ ਦੁੱਖ ਸੁੱਖ ਸੁਣ ਲਿਆ। ਜੀ ਕੀ ਏਕੈ ਹੀ ਪਹਿਮਾਨੀ, ਕਹਿਣ ਲੱਗੇ ਸਜਣਾ ਪਰਮੇਸ਼ਰ ਨੂੰ ਛੱਡ ਕੇ ਕਿਸੇ ਹੋਰ ਕੋਲੇ ਨਾ ਬੰਦਨਾ ਕਰਦਾ ਫਿਰੀ, ਕਿਉਂਕਿ ਇਸ ਜੀਵ ਦੀ ਇਸ ਮਨ ਦੀ ਕੀਤੀ ਅਰਦਾਸ ਏਕੈ ਹੀ ਪੈਮਾਨੀ, ਉਹ ਇੱਕੋ ਹੀ ਪਰਮੇਸ਼ਰ ਆ ਜਿਹਦੇ ਕੋਲੇ ਮੰਨੀ ਜਾਂਦੀ ਹੈ, ਇੱਕ ਦੇ ਕੋਲੇ ਹੀ ਮੰਨੀ ਜਾਂਦੀ ਹੈ। ਦੁਨੀਆ ਬੜੇ ਯਤਨ ਕਰਦੀ ਹੈ। ਸੱਚੇ ਪਾਤਸ਼ਾਹ ਕਹਿੰਦੇ ਭਾਈ ਜਿੰਨੇ ਮਰਜ਼ੀ ਕੋਈ ਯਤਨ ਕਰ ਲਵੇ, ਪਰ ਸੁਣੀ ਤਾਂ ਪਰਮੇਸ਼ਰ ਦੇ ਦਰ ਤੇ ਜਾਣੀ ਹੈ। ਜੀ ਕੀ ਏਕੈ ਹੀ ਪਹਿਮਾਨੀ, ਅਵਰ ਯਤਨ ਕਰ ਰਹੇ ਬਥੇਰੇ। ਕਹਿੰਦੇ ਹੋਰ ਜਿੰਨੇ ਮਰਜ਼ੀ ਯਤਨ ਕਰ ਲਵੇ ਕੋਈ, ਤਿਲ ਤਿਲ ਨਹੀਂ ਕੀਮਤ ਜਾਨੀ। ਉਹ ਪਰਮੇਸ਼ਰ ਦੇ ਅੱਗੇ ਤਿਲ ਜਿੰਨੀ ਕੀਮਤ ਨਹੀਂ, ਤਿਲ ਜਿੰਨਾ ਵੀ ਮੁੱਲ ਨਹੀਂ। ਹੋਰ ਜਿੰਨੇ ਮਰਜ਼ੀ ਯਤਨ ਕਰ ਲਈ, ਇੱਕ ਜੀ ਦੀ ਜਿਹੜੀ ਹੈ ਪਰਮੇਸ਼ਰ ਦੇ ਅੱਗੇ ਸੁਣੀ ਜਾਂਦੀ ਹੈ। ਉਹੀ ਸੁਣਨ ਵਾਲਾ ਹੈ, ਤਿਨ ਹੀ ਸੁਣਿਆ ਦੁੱਖ ਸੁੱਖ ਮੇਰਾ। ਉਹ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਅਰਦਾਸ ਕਰੀ, ਜਿਹੜਾ ਸਭਨਾਂ ਦਾ ਦਾਤਾ ਹੈ। ਉਹ ਦਾਤੇ ਨੂੰ ਛੱਡ ਕੇ ਹੋਰ ਥਾਂ ਥਾਂ ਮੰਗਣਾ, ਕਹਿਣ ਲੱਗੇ ਐ ਹੈ ਜਿਵੇਂ ਆਪਣੀ ਸੰਗ ਲਾ ਦਿੱਤੀ ਹੋਵੇ, ਸ਼ਰਮ ਲੈ ਗਈ ਹੋਵੇ। ਪ੍ਰਭੂ ਜੀ ਦੀ ਦਾਤ, ਪ੍ਰਭੂ ਜੀ ਦੀਆਂ ਦਾਤਾਂ, ਉਹਦੀ ਤਾਕਤ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ। ਉਹ ਕਿੱਡੀ ਤਾਕਤ ਦਾ ਮਾਲਕ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਬਖਸ਼ਿਸ਼ ਕਰਦੇ ਹਨ, ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ, ਮੈਂ ਤੁਧ ਆਗੇ ਅਰਦਾਸ। ਕਹਿਣ ਲੱਗੇ ਮੇਰੀ ਤਾਕਤ, ਦੀਵਾਨ ਹੁੰਦਾ ਕਚਹਿਰੀ, ਮੇਰੀ ਕਚਹਿਰੀ ਤੂੰ ਹੀ ਹੈ। हे ਮੇਰੇ ਸੁਆਮੀ, ਤੂੰ ਹੀ ਮੇਰੀ ਕਚਹਿਰੀ ਹੈ। ਕਚਹਿਰੀ ਭਾਵ ਜੀ ਦੇ ਕੋਲੇ ਦੁੱਖ ਸੁੱਖ ਜਾ ਕੇ ਦੱਸੇ ਜਾਂਦੇ ਹੈ। ਤੂੰ ਹੀ ਹੈ, ਤੂੰ ਹੀ ਮੇਰਾ ਆਸਰਾ ਹੈ। ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ, ਮੈਂ ਤੁਧ ਆਗੇ ਅਰਦਾਸ। ਮੇਰੀ ਤੇਰੇ ਅੱਗੇ ਬੇਨਤੀ ਹੈ। ਪਹਿਲੀ ਗੱਲ ਮੇਰਾ ਮਨ ਮੰਨ ਲਵੇ ਕਿ ਮੇਰਾ ਆਸਰਾ ਤੂੰ ਹੈ, ਮੇਰੀ ਸੁਣਨ ਵਾਲਾ ਤੂੰ ਹੈ। ਜਿਵੇਂ ਕਚਹਿਰੀ ਦੇ ਵਿੱਚ ਕਿਸੇ ਦੀਆਂ ਫਰਿਆਦਾਂ ਸੁਣੀਆਂ ਜਾਂਦੀਆਂ ਨੇ, ਕਹਿ ਦਿੱਤਾ ਮੇਰੀ ਤੇਰੇ ਅੱਗੇ ਅਰਦਾਸ ਹੈ, ਮੇਰੀ ਤੇਰੇ ਅੱਗੇ ਬੰਦਨ ਹੈ।
ਮੈਂ ਤੁਧ ਆਗੇ ਅਰਦਾਸ। ਨਾਲ ਇੱਕ ਗੱਲ ਹੋਰ ਕਹਿ ਦਿੱਤੀ ਪਿਆਰਿਓ, ਮੈਂ ਹੋਰ ਥਾਂ ਨਹੀਂ, ਹੋਰ ਕੋਈ ਥਾਂ ਨਹੀਂ, ਹੋਰ ਕੋਈ ਟਿਕਾਣਾ ਨਹੀਂ, ਕੋਈ ਜਗ੍ਹਾ ਨਹੀਂ। ਮੈਂ ਹੋਰ ਥਾਂ ਨਹੀਂ, ਜਿਸ ਪਹਿ ਕਰੂੰ ਬੇਨਤੀ, ਜਿਹਦੇ ਕੋਲ ਜਾ ਕੇ ਬੇਨਤੀ ਕਰਾਂ। ਹੈ ਮੇਰੇ ਮਾਲਕ, ਹੈ ਪਰਮੇਸ਼ਰ, ਤੇਰੇ ਤੋਂ ਬਿਨਾ ਹੋਰ ਕੋਈ ਜਗ੍ਹਾ ਨਹੀਂ ਜਿਹਦੇ ਕੋਲ ਮੈਂ ਜਾ ਕੇ ਆਪਣੀ ਬੇਨਤੀ ਕਰਾਂ, ਆਪਣੀ ਜੋਦੜੀ ਕਰਾਂ। ਮੇਰਾ ਦੁੱਖ ਸੁੱਖ ਤੁਝ ਹੀ ਪਾਸ, ਮੈਨੂੰ ਭਾਵੇਂ ਸੁੱਖ ਹੈ ਭਾਵੇਂ ਦੁੱਖ ਹੈ, ਸੱਚੇ ਪਾਤਸ਼ਾਹ ਤੇਰੇ ਚਰਨਾਂ 'ਚ ਹੈ। ਮੈਂ ਤੇਰੇ ਚਰਨਾਂ ਵਿੱਚ ਹਾਂ, ਭਾਵੇਂ ਦੁੱਖ ਹੈ ਭਾਵੇਂ ਸੁੱਖ ਹੈ। ਇਹ ਤਾਕਤ ਹੈ ਪਰਮੇਸ਼ਵਰ ਦੀ, ਕਿ ਮੇਰੀ ਤਾਕਤ ਹੈ ਪਰਮੇਸ਼ਵਰ ਤੂੰ ਹੈ। ਗੁਰੂ ਰਾਮਦਾਸ ਮਹਾਰਾਜ ਜੀ ਫਰਮਾਉਂਦੇ ਹਨ, ਮੈਂ ਤੇਰੇ ਚਰਨਾਂ ਦੇ ਵਿੱਚ ਹੀ ਅਰਦਾਸ ਕਰਦਾ, ਮੈਨੂੰ ਹੋਰ ਕੋਈ ਥਾਂ ਨਹੀਂ ਜਿੱਥੇ ਮੈਂ ਜਾ ਕੇ ਬੇਨਤੀ ਕਰਾਂ। ਮੇਰਾ ਦੁੱਖ ਤੇ ਸੁੱਖ ਇਹ ਪਾਤਸ਼ਾਹ ਤੁਸੀਂ ਸੁਣਨ ਵਾਲੇ ਹੋ। ਪ੍ਰਭੂ ਦੀ ਤਾਕਤ ਸੱਚੇ ਪਾਤਸ਼ਾਹ ਗੁਰਬਾਣੀ ਅੰਦਰ ਬਖਸ਼ਿਸ਼ ਕਰਦੇ ਨੇ, ਵਿੱਚੇ ਧਰਤੀ ਵਿੱਚੇ ਪਾਣੀ, ਕਾਸ਼ਟ ਅਗਨ ਧਰੀਜੈ। ਇਹਦਾ ਭਾਵ ਕਿ ਧਰਤੀ ਤੇ ਪਾਣੀ ਨੂੰ ਤੂੰ ਇਕੱਠਿਆਂ ਕਰ ਦਿੱਤਾ, ਵਿੱਚੇ ਧਰਤੀ ਵਿੱਚੇ ਪਾਣੀ, ਦੋਏ ਚੀਜ਼ਾਂ ਇਕੱਠੀਆਂ ਕਰ ਦਿੱਤੀਆਂ, ਪਰ ਆਪਣੀ ਮਰਿਆਦਾ ਦੇ ਵਿੱਚ ਤੂੰ ਬੰਨ੍ਹ ਕੇ ਰੱਖ ਦਿੱਤੀਆਂ। ਤੇਰੀ ਇਹ ਤਾਕਤ ਹੈ, ਪਾਣੀ ਧਰਤੀ ਨੂੰ ਖੋਰ ਨਹੀਂ ਸਕਦਾ। ਧਰਤੀ ਤੇ ਪਾਣੀ ਦਾ ਐਸਾ ਸੁਮੇਲ ਕਰ ਦਿੱਤਾ, ਤੂੰ ਆਪਣੀ ਤਾਕਤ ਦੇ ਨਾਲ ਇਹਨੂੰ ਆਪਣੇ ਵਿੱਚ ਬੰਨ੍ਹ ਲਿਆ। ਵਿੱਚ ਕਾਸ਼ਟ ਅਗਨ ਰਹੀ ਧਰੀਜੈ, ਤੂੰ ਲੱਕੜ ਦੇ ਵਿੱਚ ਅੱਗ ਪਾ ਦਿੱਤੀ, ਲੱਕੜ ਤੇ ਅੱਗ ਨੂੰ ਇਕੱਠਿਆਂ ਕਰ ਦਿੱਤਾ। ਪਰ ਇਹ ਪਰਮੇਸ਼ਰ, ਇਹ ਤੇਰੀ ਤਾਕਤ ਹੈ, ਉਹਨੂੰ ਤੂੰ ਮਰਿਆਦਾ ਵਿੱਚ ਬੰਨ੍ਹ ਦਿੱਤਾ। ਅੱਗ ਨੂੰ ਪਾ ਦਿੱਤਾ ਲੱਕੜ ਵਿੱਚ, ਪਰ ਤੇਰੀ ਇਹ ਤਾਕਤ ਹੈ ਪਰਮੇਸ਼ਰ, ਤੂੰ ਉਹਨੂੰ ਮਰਿਆਦਾ ਵਿੱਚ ਬੰਨ੍ਹਿਆ। ਜਦੋਂ ਮਰਿਆਦਾ ਤੋਂ ਬਾਹਰ ਹੋ ਜਾਂਦੀ ਹੈ ਪਿਆਰੇ, ਸੱਚ ਜਾਣਿਓ, ਆਪਾਂ ਦੇਖਦੇ ਹਾਂ ਜੰਗਲਾਂ ਦੇ ਵਿੱਚ ਅੱਗ ਲੱਗ ਜਾਂਦੀ ਹੈ ਆਪਣੇ ਆਪ। ਪਰਮੇਸ਼ਰ ਨੇ ਜਿੰਨਾ ਚਿਰ ਆਪਣੀ ਮਰਿਆਦਾ 'ਚ ਰੱਖਿਆ, ਜਦੋਂ ਉਹਦਾ ਹੁਕਮ ਹੋ ਜਾਂਦਾ ਹੈ ਤਾਂ ਉਹ ਲੱਕੜ ਨੂੰ ਵੀ ਅੱਗ ਲੱਗ ਜਾਂਦੀ ਹੈ। ਕਹਿਣ ਲੱਗੇ, ਬੱਕਰੀ ਸਿੰਘ ਇੱਕ ਤਹਿ ਥਾਂ ਰੱਖੈ, ਸ਼ੇਰ ਤੇ ਬੱਕਰੀ ਨੂੰ ਇੱਕ ਥਾਂ ਤੇ ਰੱਖਦਾ। ਇਹ ਵੀ ਤੇਰੀ ਤਾਕਤ ਹੈ, ਇਹ ਵੀ ਤੇਰੀ ਤਾਕਤ ਹੈ। ਬੱਕਰੀ ਸ਼ੇਰ ਨੂੰ ਇੱਕ ਥਾਂ ਤੇ ਰੱਖਦਾ। ਮਨ ਹਰ ਜਪ ਭਰਮ ਭਉ ਦੂਰ ਕੀਜੈ। ਇਹ ਮੇਰੇ ਮਨਾ, ਭਰਮ ਭਉ, ਭਉ ਹੁੰਦਾ ਡਰ, ਭਰਮ ਹੁੰਦਾ ਵਹਿਮ ਸੰਸਾ। ਕਹਿਣ ਲੱਗੇ ਇਹ ਅੰਦੇਸ਼ਾ ਦੂਰ ਕਰ ਲੈ ਕਿ ਉਹ ਪਰਮੇਸ਼ਰ ਐਡੀ ਤਾਕਤ ਵਾਲਾ ਹੈ, ਉਹ ਪਰਮੇਸ਼ਰ ਐਡੀ ਸ਼ਕਤੀ ਦਾ ਮਾਲਕ ਹੈ ਜਿਹੜਾ ਧਰਤੀ ਤੇ ਪਾਣੀ ਨੂੰ ਇਕੱਠੇ ਰੱਖਦਾ ਹੈ। ਉਹ ਐਡੀ ਸ਼ਕਤੀ ਦਾ ਮਾਲਕ ਹੈ ਜਿਹੜਾ ਅੱਗ ਤੇ ਲੱਕੜ ਦੇ ਵਿੱਚ ਅੱਗ ਨੂੰ ਪਾ ਰੱਖਿਆ ਹੈ। ਉਹ ਐਡੀ ਸ਼ਕਤੀ ਦਾ ਮਾਲਕ ਹੈ ਜਿਹੜਾ ਬੱਕਰੀ ਤੇ ਸ਼ੇਰ ਨੂੰ ਇਕੱਠੇ ਰੱਖ ਸਕਦਾ ਹੈ। ਮੇਰੇ ਮਨਾ ਉਹਨੂੰ ਜਪ, ਮਨ ਹਰ ਜਪ, ਉਸ ਹਰੀ ਨੂੰ ਜਪਣਾ ਕਰ, ਉਹਦੇ ਚਰਨਾਂ ਚਿੱਤ ਜੋੜ। ਭਰਮ ਭਉ ਦੂਰ ਕੀਜੈ, ਆਪਣੇ ਭਰਮ ਨੂੰ ਦੂਰ ਕਰ, ਵਹਿਮ ਨੂੰ ਦੂਰ ਕਰ। ਉਹ ਪਰਮੇਸ਼ਰ ਏਡੀ ਤਾਕਤ ਦਾ ਮਾਲਕ ਹੈ, ਆਪਣਾ ਡਰ ਦੂਰ ਕਰ ਦੇ, ਕਿਉਂਕਿ ਜਿਹਦੇ ਸਿਰ ਦੇ ਉੱਤੇ ਉਹ ਪਰਮੇਸ਼ਰ ਦਾ ਹੱਥ ਹੈ, ਉਹਦਾ ਕੁਝ ਨਹੀਂ ਕੋਈ ਵਿਗਾੜ ਸਕਦਾ। ਭਗਤ ਪ੍ਰਹਲਾਦ ਦੀ ਆਪਾਂ ਗੱਲ ਕਰੀਏ, ਪਰਮੇਸ਼ਰ ਨੇ ਉਹਦੀ ਰੱਖਿਆ ਕੀਤੀ। ਜੁਗਾਂ ਜੁਗੰਤਰਾਂ ਦੇ ਵਿੱਚ ਗੁਰੂ ਜੀ ਕਹਿੰਦੇ ਉਹ ਪਰਮੇਸ਼ਰ ਆਪਣੇ ਭਗਤਾਂ ਦੀ ਰਾਖੀ ਕਰਦਾ ਆਇਆ। ਸੱਚੇ ਪਾਤਸ਼ਾਹ ਕਿਹਦੇ ਚਰਨਾਂ 'ਚ ਬੇਨਤੀ ਕਰਾਂ? ਕਹਿਣ ਲੱਗੇ, ਭਾਈ ਕਿਸੇ ਭਿਖਾਰੀ ਦੇ ਚਰਨਾਂ 'ਚ ਮੰਗਣਾ ਠੀਕ ਨਹੀਂ ਲੱਗਦਾ। ਭਿਖਾਰੀ ਦੇ ਚਰਨਾਂ 'ਚੋਂ ਮੰਗੇਗਾ ਸੱਚ ਜਾਣੀ ਠੀਕ ਨਹੀਂ ਲੱਗਦਾ, ਦਾਤੇ ਕੋਲੋਂ ਮੰਗਦੇ ਚੰਗੇ ਲੱਗੀਂਦੇ। ਫਿਰ ਭਿਖਾਰੀ ਕੌਣ ਹੈ ਸੱਚੇ ਪਾਤਸ਼ਾਹ ਦੱਸੋ? ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸ਼ਲੋਕਾਂ ਦੇ ਅੰਦਰ, ਜਿਹਨੂੰ ਆਪਾਂ ਭੋਗ ਦੇ ਸ਼ਲੋਕ ਕਹਿੰਦੇ ਆ, ਸ਼ਲੋਕ 12 ਤੇ ਵਧੇਕ 40ਵੇਂ ਸ਼ਲੋਕ ਦੇ ਅੰਦਰ ਮੇਰੇ ਪਾਤਸ਼ਾਹ ਧੰਨ ਧੰਨ ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ। ਪੁੱਛੀਏ ਸੱਚੇ ਪਾਤਸ਼ਾਹ ਭਿਖਾਰੀ ਕੌਣ ਹੈ? ਕਿਹੜਾ ਭਿਖਾਰੀ ਜਿਹਦੀ ਗੱਲ ਤੁਸੀਂ ਕਰਦੇ ਹੋ? ਭਿਖਾਰੀ ਤੋਂ ਨਹੀਂ ਮੰਗਣਾ ਚਾਹੀਦਾ। ਫਿਰ ਭਿਖਾਰੀ ਕੌਣ ਹੈ? ਸੱਚੇ ਪਾਤਸ਼ਾਹ ਭਾਈ ਕਹਿੰਦੇ ਜਿਹੜਾ ਜਗਤ ਹੈ ਨਾ, ਇਹ ਸੰਸਾਰ, ਇਹ ਸਾਰੇ ਹੀ ਭਿਖਾਰੀ ਹੈ।
ਸਾਰੀ ਜਗਤ ਮੰਗਤਾ ਹੈ। 40ਵੇਂ ਸ਼ਲੋਕ ਅੰਦਰ ਮੇਰੇ ਪਾਤਸ਼ਾਹ ਫਰਮਾਉਂਦੇ ਨੇ ਜਗਤ ਭਿਖਾਰੀ ਫਿਰਤ ਹੈ। ਤੇ ਸੱਚੇ ਪਾਤਸ਼ਾਹ ਫਿਰ ਦਾਤਾ ਕੌਣ ਹੈ? ਕਹਿਣ ਲੱਗੇ ਸਭ ਕੋ ਦਾਤਾ ਰਾਮ। हे ਭਾਈ ਉਹ ਰਾਮ। ਹੁਣ ਰਾਮ ਤੋਂ ਭਾਵ ਇੱਥੇ ਦਸ਼ਰਥ ਦੇ ਪੁੱਤਰ ਦੀ ਗੱਲ ਨਹੀਂ। ਰਾਮ ਤੋਂ ਭਾਵ ਹੈ ਉਹ ਰਮਿਆ ਹੋਇਆ। ਘਟ ਘਟ ਮੈਂ ਹਰ ਜੂ ਬਸੈ ਸੰਤਨ ਕਿਹੋ ਪੁਕਾਰ। ਉਹ ਜਿਹੜਾ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ ਉਸ ਰਾਮ ਦੀ ਗੱਲ ਹੋ ਰਹੀ ਹੈ। ਰਮਿਆ ਹੋਇਆ, ਜਿਹੜਾ ਰਮਿਆ ਹੋਇਆ ਹੈ। ਕਹਿਣ ਲੱਗੇ ਭਾਈ ਉਹ ਦਾਤਾ, ਉਹ ਰਾਮ ਹੀ ਦਾਤਾ ਹੈ। ਹੋਰ ਸਾਰਾ ਜਗਤ ਭਿਖਾਰੀ ਹੈ। ਜਗਤ ਭਿਖਾਰੀ ਫਿਰਤ ਹੈ। ਸਭ ਕੋ ਦਾਤਾ ਰਾਮ। ਸਭ ਨੂੰ ਦੇਣ ਵਾਲਾ ਦਾਤਾ ਉਹ ਪਰਮੇਸ਼ਰ ਹੈ। ਉਹ ਪਰਿਪੂਰਨ ਪ੍ਰਮਾਤਮਾ ਹੈ। ਕਹੋ ਨਾਨਕ ਮਨ ਸਿਮਰਤ ਹੈ। हे ਨਾਨਕ ਕਹਿਣ ਲੱਗੇ ਮਨਾ ਤੂੰ ਉਹ ਪਰਮੇਸ਼ਰ ਨੂੰ ਸਿਮਰ। ਸਿਮਰਤ ਹੈ ਜਦੋਂ ਉਹਨੂੰ ਸਿਮਰੇਗਾ ਪੂਰਨ ਹੋਵੇ ਕਾਮ। ਤੇਰੇ ਕਾਰਜ ਪੂਰਨ ਹੋਣਗੇ, ਤੇਰੇ ਕਾਰਜ ਸੰਪੂਰਨ ਹੋਣਗੇ ਜਦੋਂ ਉਸ ਦਾਤੇ ਨੂੰ ਸਿਮਰੇਗਾ। ਮਤ ਭਿਖਾਰੀ ਦੇ ਕੋਲੋਂ ਮੰਗੀ। ਸਾਰਾ ਜਗਤ ਹੀ ਭਿਖਾਰੀ ਹੈ। ਸੱਚੇ ਪਾਤਸ਼ਾਹ ਕਹਿੰਦੇ ਦਾਤਾ ਜੇ ਇੱਕੋ ਰਾਮ ਹੈ, ਉਹ ਪਰਮੇਸ਼ਰ ਹੈ। ਉਸ ਪਰਮੇਸ਼ਰ ਦੇ ਕੋਲੋਂ ਮੰਗੀ। ਮੰਗਤੇ ਕੋਲੋਂ ਨਾ ਮੰਗੀ, ਭਿਖਾਰੀ ਕੋਲੋਂ ਨਾ ਮੰਗੀ, ਤੂੰ ਦਾਤੇ ਕੋਲੋਂ ਮੰਗ। ਇਹ ਸਾਰਾ ਜਗਤ ਭਿਖਾਰੀ ਹੈ, ਮੰਗਤਾ ਹੈ। ਉਹਦੇ ਦਰ ਤੋਂ ਪਰਮੇਸ਼ਰ ਤੋਂ ਰਾਜਾ ਵੀ ਮੰਗਦਾ ਹੈ, ਪਰਮੇਸ਼ਰ ਤੋਂ ਸਾਧੂ ਵੀ ਮੰਗਦਾ ਹੈ, ਪਰਮੇਸ਼ਰ ਤੋਂ ਚੋਰ ਵੀ ਮੰਗਦਾ ਹੈ। ਸੱਚ ਜਾਣਿਓ ਪਰ ਮੰਗਾ ਮੰਗਣੀਆਂ ਇਹ ਆਪਣੀਆਂ ਆਪਣੀਆਂ ਨੇ। ਸਾਧੂ ਨਾਮ ਮੰਗਦਾ ਹੈ, ਰਾਜਾ ਦੌਲਤ ਮੰਗਦਾ ਹੈ, ਰਾਜਾ ਰਾਜ ਮੰਗਦਾ ਹੈ, ਮੇਰਾ ਰਾਜ ਵੱਡਾ ਹੋਵੇ। ਤੇ ਚੋਰ ਵੀ ਕਹਿੰਦਾ ਹੈ ਕਿਤੇ ਮੈਂ ਪਕੜਿਆ ਨਾ ਜਾਵਾਂ, ਉਹਦੀ ਆਪਣੀ ਮੰਗ ਹੈ। ਭਿਖਾਰੀ ਸਾਰਾ ਜਗਤ ਹੈ। ਪਾਤਸ਼ਾਹ ਜੀ ਕਹਿੰਦੇ ਭਾਈ ਮੰਗਣਾ ਹੈ ਤਾਂ ਉਸ ਪਰਮੇਸ਼ਰ ਦੇ ਕੋਲੋਂ ਮੰਗ ਜਿਹੜਾ ਸਭਨਾਂ ਨੂੰ ਦੇਣ ਵਾਲਾ ਹੈ। ਦੱਤਾ ਦਾਤਾ ਏਕ ਹੈ ਸਭ ਕੋ ਦੇਵਨਹਾਰ। ਉਹਨੂੰ ਧਿਆਉਣਾ ਕਰ, ਉਹਦੇ ਚਰਨਾਂ 'ਚ ਅਰਦਾਸ ਕਰ, ਬੇਨਤੀ ਕਰ। ਸੋ ਇਹ ਬੇਨਤੀਆਂ ਪ੍ਰਵਾਨ ਕਰਨੀਆਂ ਪਿਆਰੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਭਾਈ ਜੇ ਮੰਗਣਾ ਹੈ ਇੱਕ ਉਸ ਦਾਤੇ ਦੇ ਕੋਲੋਂ ਮੰਗ। ਹਰ ਇੱਕੋ ਦਾਤਾ ਸੇਵੀ ਹੈ, ਹਰ ਇੱਕ ਧਿਆਈ ਹੈ। ਉਹਨੂੰ ਸਿਮਰਨਾ ਕਰ, ਉਹਨੂੰ ਚੇਤੇ ਕਰ। ਹਰ ਇੱਕੋ ਦਾਤਾ ਮੰਗੀਐ ਮਨ ਚਿੰਦਿਆ ਪਾਈਐ। ਜੇ ਦੂਜੇ ਪਾਸੋਂ ਮੰਗੀਐ ਤਾਂ ਲਾਜ ਮਰਾਈਐ। ਉਸ ਦਾਤੇ ਦੇ ਕੋਲੋਂ ਮੰਗ ਤਾਂ ਮਨ ਚਿੰਦੇ ਫਲ ਪ੍ਰਾਪਤ ਹੋਣਗੇ। ਆਓ ਪਿਆਰੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਚੋਂ ਮੰਗੀਏ ਹੀ ਮੰਗੀਏ ਨਾਮਦਾਨ, ਸਿੱਖੀ, ਸਿਦਕ, ਭਰੋਸਾ। ਸੱਚੇ ਪਾਤਸ਼ਾਹ ਬਖਸ਼ੋ, ਸਬਰ ਬਖਸ਼ੋ। ਜੇ ਸਬਰ ਆ ਗਿਆ ਨਾ, ਸਬਰ ਦੀ ਦਾਤ ਐਸੀ ਹੈ ਤਾਂ ਸੱਚ ਜਾਣਿਓ ਸਾਰੀ ਭੁੱਖ ਮਿਟ ਜਾਂਦੀ ਹੈ। ਨਹੀਂ ਤਾਂ ਭੁੱਖਿਆਂ ਦੀ ਭੁੱਖ ਨਹੀਂ ਮਿਟਦੀ। ਪਾਤਸ਼ਾਹ ਨੇ ਕਹਿ ਦਿੱਤਾ ਹੋਈਆਂ ਭੁੱਲਾਂ ਚੁੱਕਾ ਖਿਮਾ। ਸਤਿਗੁਰੂ ਜੀ ਕਿਰਪਾ ਕਰਨ। ਸਾਰੀ ਸੰਗਤ ਦਾ ਧੰਨਵਾਦ। ਸੰਗਤ ਬਖਸ਼ਣਯੋਗ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।